ਗੁਰ ਜੈਸਾ ਨਹੀਂ। ਗੁਰੂ ਸਾਹਿਬ ਦੀ ਸਾਜੀ ਵਾਲੀ ਸਾਧ ਸੰਗਤ ਜੀਓ, ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਮੁਕੱਦਸ ਫਤਿਹ ਬੁਲੰਦ ਕਰੋ। ਗੱਜਵਾਜੀ ਦਾ ਸਤਿਕਾਰ ਸਾਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਮੀ ਸਿੱਖ ਧਰਮ ਦੇ ਵਿੱਚ ਔਰਤ ਅਤੇ ਮਰਦ ਦਾ ਬਰਾਬਰ ਦਾ ਸਥਾਨ ਹੈ। ਅਗਰ ਕੋਈ ਔਰਤ ਅੰਮ੍ਰਿਤ ਛਕਦੀ ਹੈ ਤਾਂ ਉਹ ਖਾਲਸਾ ਹੈ, ਖਾਲਸੀ ਨਹੀਂ। ਇਸੇ ਤਰ੍ਹਾਂ ਅਗਰ ਕੋਈ ਔਰਤ ਸ਼ਹੀਦੀ ਪ੍ਰਾਪਤ ਕਰਦੀ ਹੈ ਤਾਂ ਉਹ ਸ਼ਹੀਦ ਹੈ ਜਾਂ ਸ਼ਹੀਦਾਂ ਨਹੀਂ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਔਰਤ ਦੇ ਸਨਮਾਨ ਵਿੱਚ ਕਹਿ ਦਿੱਤਾ ਸੀਗਾ, ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੁਣ ਤੁਸੀਂ ਦਰਸ਼ਨ ਕੀਤੇ ਸੀ ਭਾਈ ਸਾਹਿਬ ਸਿੰਘ ਜੀ ਦੇ ਜਨਮ ਸਥਾਨ ਬਿਦਰ ਕਰਨਾਟਕ ਵਿੱਚ। ਹੁਣ ਤੁਸੀਂ ਦਰਸ਼ਨ ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਮਾਤਾ ਭਾਗ ਕੌਰ ਜੀ ਦੇ ਸਥਾਨ ਤੇ। ਸਾਡੇ ਨਾਲ ਤੁਸੀਂ ਵੀ ਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ, ਜਿਸ ਤਰ੍ਹਾਂ ਕਿ ਆਪਾਂ ਦਰਸ਼ਨ ਕਰ ਰਹੇ ਹਾਂ ਨੰਦੇੜ ਸਾਹਿਬ ਦੇ ਅਲੱਗ-ਅਲੱਗ ਗੁਰਦੁਆਰਿਆਂ ਦੇ, ਇਸੇ ਲੜੀ ਦੇ ਤਹਿਤ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ, ਜਿੱਥੇ ਕਿ ਉਹਨਾਂ ਨੇ ਆਪਣਾ ਅੰਤਮ ਸਮਾਂ ਬਿਤਾਇਆ ਸੀਗਾ। ਉਹਦੇ ਦਰਸ਼ਨ ਦੇ ਨਾਲ ਨਾਲ ਆਪਾਂ ਮਾਤਾ ਭਾਗ ਕੌਰ ਦੇ ਜੀਵਨ 'ਤੇ ਵੀ ਇੱਕ ਝਾਤ ਮਾਰਾਂਗੇ। ਮਾਤਾ ਭਾਗ ਕੌਰ ਜੀ ਝਬਾਲ ਦੇ ਚੌਧਰੀ ਬਾਬਾ ਲੰਗਾਹਾ ਦੇ ਭਰਾ ਪੀਰੋ ਸ਼ਾਹ ਦੀ ਪੁੱਤਰੀ ਸੀਗੀ। ਇਹਨਾਂ ਦੇ ਦੋ ਭਰਾ ਸਨ, ਭਾਗ ਸਿੰਘ ਢਿੱਲੋਂ ਅਤੇ ਦਿਲਬਾਗ ਸਿੰਘ ਢਿੱਲੋਂ। ਮਾਤਾ ਭਾਗ ਕੌਰ ਜੀ ਦਾ ਵਿਆਹ ਪੱਟੀ ਦੇ ਚੌਧਰੀ ਦੇਸਰਾਜ ਦੇ ਪੁੱਤਰ ਨਿਧਾਨ ਸਿੰਘ ਦੇ ਨਾਲ ਹੋਇਆ ਸੀ। ਨਿਧਾਨ ਸਿੰਘ ਦੇ ਵੱਡੇ ਭਰਾ ਦਾ ਨਾਮ ਸੁਲਤਾਨ ਸਿੰਘ ਸੀਗਾ। 1705 ਦੇ ਵਿੱਚ ਚੌਧਰੀ ਦੇਸਰਾਜ ਵੜੈਚ ਜਿਹੜਾ ਸੀ ਉਹ ਅਕਾਲ ਚਲਾਣਾ ਕਰ ਗਿਆ ਸੀ। ਉਹਦੇ ਭੋਗ ਦੇ ਉੱਪਰ ਉਸ ਸਮੇਂ ਸੰਗਤਾਂ ਇਕੱਠੀਆਂ ਹੋਈਆਂ ਸਨ ਔਰ ਉਹਨਾਂ ਸੰਗਤਾਂ ਦੇ ਵਿੱਚ ਦੂਰ ਨੇੜੇ ਦੇ ਸਿੱਖ ਵੀ ਇਕੱਠੇ ਹੋਏ ਸੀਗੇ। ਔਰ ਇਹਨਾਂ ਤੋਂ ਹੀ ਪਤਾ ਲੱਗਿਆ ਸੀਗਾ, ਜਿਹੜੇ ਲਾਗੇ ਵਾਲੇ ਪਿੰਡਾਂ ਤੋਂ ਆਏ ਸੀ, ਜਿੱਦਾਂ ਕਿ ਝੱਲੀਆਂ ਵਾਲਾ, ਗੰਡੀਵਿੰਡ, ਸੁਰ ਸਿੰਘ ਵਾਲਾ, ਪੰਜਵਾੜ, ਮੂਸੇ, ਭਿੱਖੀਵਿੰਡ, ਪੋਹਵਿੰਡ ਵਗੈਰਾ ਆਦਿ ਸਥਾਨਾਂ ਤੋਂ ਜਿਹੜੇ ਸਿੰਘ ਆਏ ਸੀ। ਇਹਨਾਂ ਨੇ ਦੱਸਿਆ ਸੀਗਾ ਕਿ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਔਰ ਮਾਤਾ ਗੁਜਰ ਕੌਰ ਜੀ ਸ਼ਹੀਦੀ ਬਾਰੇ ਵੀ ਇਹਨਾਂ ਨੂੰ ਦੱਸਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਲੜਾਈ ਤੋਂ ਬਾਅਦ ਮਾਲਵੇ ਦੇ ਇਲਾਕੇ ਵਿੱਚ ਨਿਕਲ ਗਏ ਹਨ। ਇਹ ਸਾਰਾ ਸੁਣ ਕੇ ਇੱਥੇ ਜਿੰਨੇ ਵੀ ਸਿੱਖ ਇਕੱਠੇ ਹੋਏ ਸਨ ਇਸ ਚੌਧਰੀ ਦੇ ਭੋਗ 'ਤੇ, ਇਹਨਾਂ ਨੇ ਇਹ ਗੱਲ ਮਿਥੀ ਕਿ ਅਗਰ ਅਸੀਂ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਵਾਲੇ ਯੁੱਧ ਵਿੱਚ ਹਿੱਸਾ ਨਹੀਂ ਪਾ ਸਕੇ, ਇਸ ਸਮੇਂ ਗੁਰੂ ਸਾਹਿਬ ਇਕੱਲੇ ਆ ਜਿਹੜੇ ਕਿ ਮਾਲਵੇ ਵਿੱਚ ਵਿਚਰ ਰਹੇ ਹਨ, ਕਿ ਉਹਨਾਂ ਕੋਲ ਜਾ ਕੇ ਆਪਾਂ ਉਹਨਾਂ ਦਾ ਸਾਥ ਦਿੱਤਾ ਜਾਵੇ। ਵੈਸੇ ਵੀ ਇਹਨਾਂ ਸਰੀਰਾਂ ਨੇ ਆਪਣਿਆਂ ਨੇ ਖਤਮ ਤਾਂ ਹੋ ਹੀ ਜਾਣਾ, ਕਿਸੇ ਨਾਲ ਬਿਮਾਰੀ ਕਾਰਨ ਜਾਂ ਬੁਢੇਪੇ ਕਾਰਨ, ਕਿਸੇ ਨਾ ਕਿਸੇ ਤਰ੍ਹਾਂ। ਅਗਰ ਇਹ ਸਰੀਰ ਗੁਰੂ ਸਾਹਿਬ ਜੀ ਦੇ ਲੇਖੇ ਲੱਗ ਜਾਂਦੇ ਹਨ ਤਾਂ ਕਿਸੇ ਕੰਮ ਆ ਜਾਣਗੇ। ਇਹਨਾਂ ਸਾਰਿਆਂ ਨੇ ਫਿਰ ਮਤਾ ਪਕਾਇਆ ਔਰ ਇਕੱਠੇ ਹੋ ਕੇ ਇਹ ਲਗਭਗ ਕੋਈ 40 ਦੇ ਕਰੀਬ ਸਿੰਘ ਇਕੱਠੇ ਹੋਏ ਸੀਗੇ ਅਤੇ 41ਵੀਂ ਮਾਤਾ ਭਾਗ ਕੌਰ ਸੀਗੇ। ਇਹਦੇ ਵਿੱਚ ਮਾਤਾ ਭਾਗ ਕੌਰ ਦੇ ਭਰਾ, ਉਹਨਾਂ ਦੇ ਜੇਠ, ਹੋਰ ਵੀ ਸਾਕ ਸੰਬੰਧੀ ਸਨ। ਇਹ ਸਾਰੀ ਸੰਗਤ ਇੱਥੋਂ ਚੱਲ ਕੇ ਫਿਰ ਪੱਟੀ ਤੋਂ ਜੀਰਾ ਵਿਖੇ ਹੁੰਦੀ ਹੋਈ, ਮਖੂ ਵਿੱਚ ਦੀ ਹੁੰਦੀ ਹੋਈ, ਰੂਪਿਆਣੇ ਦੀ ਰੋਹੀ ਦੇ ਵਿੱਚ ਪਿੰਡ ਜਿੱਥੇ ਕਿ ਮੱਲਣ ਸੋਢੀਆਂ ਵਾਲਾ ਹੈਗਾ, ਉਸ ਸਥਾਨ 'ਤੇ ਪਹੁੰਚਦੇ ਹਨ। ਉੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਇਹ ਸਾਰੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਬਾਰੇ ਔਰ ਸਾਹਿਬਜ਼ਾਦੇ ਸ਼ਹੀਦੀ ਬਾਰੇ ਮਹੱਤਵਪੁਰਸ਼ੀ ਕਰਦੇ ਹਨ। ਔਰ ਇਹਨਾਂ ਹਾਲਾਤਾਂ ਨੂੰ ਗੁਰੂ ਸਾਹਿਬ ਜੀ ਨੇ ਫਿਰ ਵਾਹਿਗੁਰੂ ਦਾ ਭਾਣਾ ਕਿਹਾ ਸੀਗਾ। ਔਰ ਇਸ ਤੋਂ ਬਾਅਦ ਜਿਹੜੀ ਇਹਨਾਂ ਨੇ ਫਿਰ ਅਗਲੇ ਗੱਲ ਕੀਤੀ ਸੀਗੀ, ਮਾਤਾ ਭਾਗ ਕੌਰ ਦੇ ਜਿਹੜੇ ਭਰਾ ਸੀਗੇ ਭਾਗ ਸਿੰਘ ਢਿੱਲੋਂ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਹੁਣ ਲੜਾਈਆਂ ਵਗੈਰਾ ਨੂੰ ਛੱਡ ਕੇ ਸਾਡੇ ਇਲਾਕੇ ਮਾਝੇ ਵਿੱਚ ਆ ਜਾਓ, ਉੱਥੇ ਆ ਕੇ ਰਹੋ। ਇਹ ਜਿਹੜੇ ਇਹਨਾਂ ਦੇ ਭਰਾ ਸੀਗੇ, ਇਹਨਾਂ ਦੀ ਲਾਹੌਰ ਦਰਬਾਰ ਵਿੱਚ ਅਤੇ ਦਿੱਲੀ ਦਰਬਾਰ ਵਿੱਚ ਵੀ ਇਹਨਾਂ ਦੀ ਗੱਲਬਾਤ ਸੀਗੀ। ਘਰੋਂ ਚੰਗੇ ਰੱਜਿਆ ਪੁੱਜਿਆ ਪਰਿਵਾਰ ਸੀਗੇ ਇਹ। ਇਹਨਾਂ ਨੇ ਆਖਿਆ ਤਾਂ ਅਸੀਂ ਦਿੱਲੀ ਦੇ ਨਾਲ ਵੀ ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ, ਲਾਹੌਰ ਦੇ ਨਾਲ ਤੁਹਾਡੀ ਸੁਲ੍ਹਾ ਕਰਵਾ ਦਿੰਦੇ ਹਾਂ। ਤਾਂ ਉਸ ਸਮੇਂ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਸੀਗੀ, ਉਦੋਂ ਤੁਸੀਂ ਸੁਲ੍ਹਾ ਕਰਾਉਣ ਵਾਲੇ ਕਿੱਥੇ ਸੀ, ਜਾਂ ਉਸ ਟਾਈਮ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਉਹ ਕਿੱਥੇ ਸੀਗੇ। ਜਿਸ ਸਮੇਂ ਸਾਹਿਬਜ਼ਾਦੇ ਦੀ ਸ਼ਹੀਦੀਆਂ ਹੋ ਰਹੀਆਂ, ਅਨੰਦਪੁਰ ਸਾਹਿਬ ਕਿਲ੍ਹੇ ਨੂੰ ਜਦੋਂ ਘੇਰਾ ਪਿਆ ਹੈਗਾ, ਉਸ ਟਾਈਮ ਤੁਸੀਂ ਕਿੱਥੇ ਸੀ ਸਾਰੇ? ਅੱਜ ਤੁਸੀਂ ਕਿੱਥੋਂ ਆ ਗਏ? ਤੁਸੀਂ ਇਹ ਸਾਡੀ ਸੁਲ੍ਹਾ ਕਰਾਉਣ ਵਾਲੇ। ਹੁਣ ਸੁਲ੍ਹਾ ਦੀ ਕੋਈ ਗੱਲ ਨਹੀਂ ਗੀ, ਹੁਣ ਤਾਂ ਲੜਾਈ ਦੀ ਗੱਲ ਹੈ। ਅਗਰ ਤੁਸੀਂ ਸਾਡੇ ਨਾਲ ਚੱਲਣਾ ਹੈ, ਅਗਲੇ ਗਾਂਹ ਜਾ ਕੇ ਜਿਹੜੇ ਜੰਗ ਹੋਣੀ ਆ ਉਹਦੇ ਵਿੱਚ ਹਿੱਸਾ ਪਾਉਣਾ ਹੈ ਤਾਂ ਚਲੋ, ਅਗਰ ਨਹੀਂ ਤਾਂ ਤੁਸੀਂ ਇੱਥੋਂ ਬੇਸ਼ੱਕ ਵਾਪਸ ਜਾ ਸਕਦੇ ਹੋ। ਨਾ ਤਾਂ ਅਸੀਂ ਤੁਹਾਨੂੰ ਸੱਦਿਆ ਹੈ, ਤੁਸੀਂ ਆਪਣੀ ਮਰਜ਼ੀ ਨਾਲ ਆਏ ਹੋ ਅਤੇ ਆਪਣੀ ਮਰਜ਼ੀ ਨਾਲ ਤੁਸੀਂ ਜਾ ਵੀ ਸਕਦੇ ਹੋ।
ਇਹ ਇਹਨਾਂ ਨੇ ਫਿਰ ਕਹਿ ਦਿੱਤਾ ਸੀਗਾ ਕਿ ਗੁਰੂ ਸਾਹਿਬ ਅਸੀਂ ਵਾਪਸ ਜਾਵਾਂ, ਅਸੀਂ ਤੁਹਾਡਾ ਸਾਥ ਨਹੀਂ ਹੋਣ ਦੇ ਸਕਦੇ। ਤਾਂ ਉਸ ਸਮੇਂ ਫਿਰ ਗੁਰੂ ਸਾਹਿਬ ਨੇ ਕਿਹਾ ਚੰਗਾ ਮੈਨੂੰ ਲਿਖ ਕੇ ਦੇ ਦਿਓ ਕਿ ਮਾਝੇ ਦੇ ਜਿੰਨੇ ਵੀ ਮੰਝੈਲ ਸਿੱਖ ਹਨ ਇਹ ਗੁਰੂ ਦੇ ਸਿੱਖ ਨਹੀਂ ਆ। ਤਾਂ ਉਸੇ ਸਮੇਂ ਭਾਈ ਨਿਸ਼ਾਨ ਸਿੰਘ ਹੋਣਾ ਨੇ ਕਾਗਜ਼ ਕਲਮ ਤੇ ਪੈਨ ਲਿਆਂਦਾ। ਉਸ ਕਾਗਜ਼ ਦੇ ਉੱਪਰ ਇਹਨਾਂ ਨੇ ਫਿਰ ਲਿਖ ਦਿੱਤਾ ਸੀਗਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ ਆ ਔਰ ਗੁਰੂ ਗੋਬਿੰਦ ਸਿੰਘ ਉਹ ਸਾਡਾ ਗੁਰੂ ਨਹੀਂ ਆ। ਇਹਨਾਂ ਨੇ ਜੇ ਲਿਖ ਦਿੱਤਾ ਤਾਂ ਇਹਨਾਂ ਨੇ ਥੱਲੇ ਇਹਨਾਂ ਨੇ ਸਾਈਨ ਵੀ ਕਰ ਦਿੱਤੇ। ਭਾਈ ਦਿਲਬਾਗ ਸਿੰਘ ਤੇ ਕੁਵਾਰਾ ਸਿੰਘ ਤੇ ਗੰਡਾ ਸਿੰਘ ਹੋਣਾ ਨੇ ਵੀ ਇਹ ਸਾਰੇ ਜਵਾਲਦੇ ਸਨ, ਇਹਨਾਂ ਨੇ ਦਸਤਖਤ ਕੀਤੇ। ਔਰ ਉਹ ਜਿਹੜਾ ਕਾਗਜ਼ ਸੀ ਦਫ਼ਤਰ ਵਾਲਾ ਗੁਰੂ ਸਾਹਿਬ ਜੀ ਨੇ ਇਹਨਾਂ ਕੋਲ ਫੜਿਆ ਅਤੇ ਆਪਣੇ ਕਮਰੇ ਕਸੇ ਵਿੱਚ ਉਸ ਨੂੰ ਰੱਖ ਲਿਆ। ਇਹਨਾਂ ਨੂੰ ਕਿਸੇ ਸਿੰਘ ਨੇ ਆ ਕੇ ਖਬਰ ਦੱਸੀ ਗੁਰੂ ਸਾਹਿਬ ਜੀ ਨੂੰ ਕਿ ਪਿੱਛੋਂ ਵਜੀਦ ਖਾਨ ਦੀਆਂ ਜਿਹੜੀਆਂ ਫੌਜਾਂ ਉਹ ਚੜ੍ਹੀਆਂ ਆ ਰਹੀਆਂ ਹਨ। ਵਜੀਦ ਖਾਨ ਦੇ ਨਾਲ ਇਸ ਸਮੇਂ ਕੋਟਕਪੂਰੇ ਦਾ ਜਿਹੜਾ ਨਵਾਬ ਸੀਗਾ ਉਹ ਵੀ ਨਾਲ ਚੱਲਿਆ ਆ ਰਿਹਾ ਸੀ ਆਪਣੀਆਂ ਫੌਜਾਂ ਲੈ ਕੇ। ਔਰ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਫਿਰ ਆਪਣੇ ਹਥਿਆਰਾਂ ਨੂੰ ਚੈੱਕ ਕੀਤਾ ਔਰ ਘੋੜੇ 'ਤੇ ਚੜ੍ਹੇ। ਇੱਥੋਂ ਗੁਰੂ ਸਾਹਿਬ ਜੀ ਫਿਰ ਖਿਦਰਾਣੇ ਦੀ ਜਿਹੜੀ ਢਾਬ ਹੈ ਉੱਥੇ ਪਹੁੰਚਦੇ ਹਨ। ਉੱਥੇ ਪਹੁੰਚ ਕੇ ਗੁਰੂ ਸਾਹਿਬ ਫਿਰ ਸਾਰੇ ਯੁੱਧ ਦੀ ਜੁੱਧਬੰਦੀ ਕਰਦੇ ਹਨ। ਇੱਧਰ ਜਿਹੜਾ ਪਿਛਲਾ ਸੀਨ ਸੀਗਾ ਕਿ ਮਾਤਾ ਭਾਗ ਕੌਰ ਜੀ ਵੰਗਾਰਦੇ ਹਨ, ਕਹਿੰਦੇ ਹਨ ਦੁਨੀ ਚੰਦ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀਗਾ। ਉਹ ਜਿਹੜਾ ਕਿਲ੍ਹਾ ਛੱਡਣ ਵਾਲਾ ਕਲੰਕ ਸੀਗਾ ਸਾਡੇ ਮਾਝੇ ਦੇ ਸਿੰਘਾਂ ਦੇ ਸਿਰ ਤੋਂ ਹਜੇ ਤਾਂ ਉਹ ਹੀ ਨਹੀਂ ਲੱਥਾ, ਅਤੇ ਅੱਜ ਤੁਸੀਂ ਇੱਕ ਕਲੰਕ ਹੋਰ ਲਵਾ ਲਿਆ ਹੈਗਾ ਗੁਰੂ ਸਾਹਿਬ ਜੀ ਨੂੰ ਵਧਾਵਾ ਦੇ ਕੇ। ਤੁਸੀਂ ਕਿਸ ਤਰ੍ਹਾਂ ਜਾ ਕੇ ਆਪਣੇ ਘਰਾਂ ਦੇ ਵਿੱਚ ਵਿਚਰੋਗੇ, ਤੁਹਾਡੇ ਘਰਾਂ ਦੇ ਤਾਨੇ ਮਾਰਨਗੇ, ਪਿੰਡ ਵਿੱਚ ਤੁਸੀਂ ਕਿਸ ਤਰ੍ਹਾਂ ਵਿਚਰੋਗੇ ਹੋਰ ਲੋਕਾਂ ਦੇ ਸਾਹਮਣੇ, ਕਿਹੜਾ ਮੂੰਹ ਲੈ ਕੇ ਤੁਸੀਂ ਇੱਧਰ ਉੱਧਰ ਜਾ ਸਕੋਗੇ ਜੋ ਲੋਕਾਂ ਨੇ ਤੁਹਾਨੂੰ ਤਾਨਾ ਮਾਰਿਆਗਾ ਤੁਸੀਂ ਗੁਰੂ ਸਾਹਿਬ ਜੀ ਨੂੰ ਵਧਾਵਾ ਲੈ ਕੇ ਆ ਗਏ ਹੋ। ਔਰ ਇਹਨਾਂ ਸਾਰਿਆਂ ਨੇ ਇਹ ਗੱਲ ਵਿਚਾਰੀ ਕਿ ਮਾਤਾ ਭਾਗ ਕੌਰ ਜੀ ਠੀਕ ਹੀ ਕਹਿ ਰਹੇ ਹਨ। ਉਸ ਸਮੇਂ ਫਿਰ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਵਾਸਤੇ ਇਹ ਵੀ ਖਿਦਰਾਣੇ ਦੀ ਢਾਬ 'ਤੇ ਚੱਲ ਪਏ। ਉੱਥੇ ਜਿਹੜੀ ਯੁੱਧਬੰਦੀ ਕਰ ਰਹੇ ਸੀ ਗੁਰੂ ਸਾਹਿਬ, ਮੋਰਚਾਬੰਦੀ ਕਰ ਰਹੇ ਸੀਗੇ ਯੁੱਧ ਵਾਸਤੇ। ਉੱਥੇ ਛੋਟੀਆਂ ਛੋਟੀਆਂ ਝਾੜੀਆਂ ਸਨ, ਬੇਰੀਆਂ ਦੀਆਂ, ਕਰੀਰਾਂ ਦੀਆਂ, ਇੱਦਾਂ ਦੇ ਉੱਥੇ ਦਰਖਤ ਸੀਗੇ, ਜੰਗਲ ਸੀਗਾ ਇਹ ਸਾਰਾ। ਉਹਨਾਂ ਜਿਹੜੇ ਝਾੜੀਆਂ ਦੇ ਉੱਪਰ ਇਹਨਾਂ ਸਿੰਘਾਂ ਨੇ ਆਪਣੇ ਚਾਦਰੇ ਖੋਲ੍ਹ ਕੇ ਉਹ ਪਾਤੇ, ਕੁਛ ਉੱਤੇ ਬੋਰੀਆਂ ਪਾਤੀਆਂ, ਜੋ ਵੀ ਇਹਨਾਂ ਨੂੰ ਮਿਲਿਆ ਉੱਥੇ ਉਹ ਝਾੜੀਆਂ ਢੱਕਤੀਆਂ। ਦੂਰੋਂ ਵੇਖਣ ਤੋਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਇਹ ਸਿੰਘਾਂ ਦੇ ਤੰਬੂ ਹੋਣ, ਤਾਂ ਕਿ ਜਿਹੜੀ ਦੁਸ਼ਮਣ ਫੌਜ ਸੀਗੀ ਉਸ ਨੂੰ ਭੁਲੇਖਾ ਪਾ ਸਕੇ ਵੀ ਬਹੁਤ ਸਾਰੇ ਸਿੰਘ ਇੱਥੇ ਰਹਿ ਰਹੇ ਹਨ ਇਹਨਾਂ ਤੰਬੂਆਂ ਵਿੱਚ, ਜਿਹੜੀ ਫੌਜ ਦੀ ਤਾਕਤ ਹੈਗੀ ਉਹ ਜ਼ਿਆਦਾ ਗਿਣਤੀ ਦੇ ਵਿੱਚ ਹੈਗੀ ਆ। ਤਾਂ ਇਹ ਸਭ ਕਰਕੇ ਗੁਰੂ ਸਾਹਿਬ ਜੀ ਆਪ ਟਿੱਬੀ ਉੱਪਰ ਚਲੇ ਗਏ, ਜਿੱਥੇ ਕਿ ਹੁਣ ਗੁਰਦੁਆਰਾ ਬਣਿਆ ਹੋਇਆ ਟਿੱਬੀ ਸਾਹਿਬ, ਉਸ ਸਥਾਨ 'ਤੇ ਚਲੇ ਗਏ। ਇੱਧਰ ਫਿਰ ਵਜੀਦੇ ਦੀਆਂ ਫੌਜਾਂ ਵੀ ਆ ਗਈਆਂ ਸੀਗੀਆਂ। ਸਿੰਘਾਂ ਨੇ ਪਹਿਲਾਂ ਹੀ ਕਬਜ਼ਾ ਜਿਹੜੀ ਢਾਬ ਸੀਗੀ ਉਹਦੇ ਉੱਪਰ ਕਰ ਲਿਆ ਸੀ, ਕਿਉਂਕਿ ਫੌਜ ਨੂੰ ਜੰਗ ਦੇ ਵਿੱਚ ਸਭ ਤੋਂ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬਾਕੀ ਚੀਜ਼ਾਂ ਬਿਨਾਂ ਸਰ ਜਾਂਦਾ, ਪਰ ਪਾਣੀ ਤੋਂ ਬਿਨਾਂ ਔਖਾ ਹੋ ਜਾਂਦਾ ਹੈਗਾ। ਇਸ ਕਰਕੇ ਸਿੰਘਾਂ ਨੇ ਉੱਥੇ ਫਿਰ ਪਾਣੀ ਦੇ ਉੱਪਰ ਵੀ ਕਬਜ਼ਾ ਕਰ ਲਿਆ ਸੀਗਾ। ਜਿਸ ਸਮੇਂ ਵਜੀਦੇ ਦੀਆਂ ਫੌਜਾਂ ਆਉਂਦੀਆਂ ਹਨ ਤਾਂ ਉਹਨਾਂ ਦੇ ਨਾਲ ਫਿਰ ਦੋ ਹੱਥ ਜਿਹੜੇ ਇਹ 40 ਸਿੰਘ ਸੀਗੇ ਇਹਨਾਂ ਨੇ ਕੀਤੇ ਸੀ, ਕਿਸੇ ਨੂੰ ਅੱਗੇ ਪਾਣੀ ਵੱਲ ਵਧਣ ਨਹੀਂ ਦਿੱਤਾ ਸੀਗਾ। ਔਰ ਉਹਨਾਂ ਦੇ ਨਾਲ ਪਹਿਲਾਂ ਤਾਂ ਇਹਨਾਂ ਨੇ ਤੀਰਾਂ ਦੀ ਅਤੇ ਬੰਦੂਕਾਂ ਦੀ ਲੜਾਈ ਚੱਲਦੀ ਰਹੀ। ਜਦੋਂ ਤੀਰ ਅਤੇ ਬੰਦੂਕਾਂ ਇਹਨਾਂ ਕੋਲ ਖਤਮ ਹੋ ਗਏ ਤਾਂ ਫਿਰ ਹੱਥੋਂ ਪਾਈ ਦੀ ਲੜਾਈ ਚੱਲ ਪਈ, ਜਿੱਦਾਂ ਕਿ ਕਿਰਪਾਨਾਂ ਦੇ ਨਾਲ। ਉਹ ਲੜਾਈ ਤੋਂ ਬਾਅਦ ਫਿਰ ਵਜੀਦੇ ਦੀਆਂ ਫੌਜਾਂ ਨੂੰ ਪਿਆਸ ਲੱਗੀ ਤਾਂ ਉਹਨਾਂ ਨੂੰ ਪਾਣੀ ਨਾ ਮਿਲਿਆ ਔਰ ਇੱਧਰ ਉੱਧਰ ਭਟਕਣ ਲੱਗੀਆਂ ਔਰ ਉਹਨਾਂ ਦੇ ਹੌਸਲੇ ਪ੍ਰਸਤ ਹੋਣ ਲੱਗੇ। ਇਸ ਤਰ੍ਹਾਂ ਕਰਕੇ ਵਜੀਦੇ ਦੀਆਂ ਫੌਜਾਂ ਫਿਰ ਵਾਪਸ ਭੱਜਣ ਲੱਗੀਆਂ। ਵਜੀਦਾ ਵੀ ਆਪਣੀਆਂ ਫੌਜਾਂ ਨੂੰ ਵਾਪਸ ਲੈ ਗਿਆ ਸੀਗਾ। ਵਜੀਦੇ ਦੀ ਕਾਫੀ ਸਾਰੀ ਫੌਜ ਮਾਰੀ ਗਈ ਸੀਗੀ। ਇੱਧਰਲੇ ਪਾਸੇ ਜਿਹੜੇ ਇਹ 40 ਸਿੰਘ ਆਏ ਸੀਗੇ ਇਹ ਵੀ ਸ਼ਹੀਦੀਆਂ ਪਾ ਗਏ ਸੀਗੇ। ਇਹਨਾਂ ਵਿੱਚ 3 ਸਿੰਘ ਸਹਿਗਦੇ ਸੀਗੇ, ਭਾਈ ਮਹਾ ਸਿੰਘ ਅਤੇ 2 ਉਹਨਾਂ ਦੇ ਹੋਰ ਸਾਥੀ ਸੀਗੇ, ਅਤੇ ਇੱਧਰ ਮਾਤਾ ਭਾਗ ਕੌਰ ਸੀਗੇ। ਮਾਤਾ ਭਾਗ ਕੌਰ ਨੂੰ ਜ਼ਖਮੀ ਪਈ ਨੂੰ ਚੱਕ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਲਿਆਂਦਾ ਗਿਆ, ਇਹਨਾਂ ਨੂੰ ਪਾਣੀ ਵਗੈਰਾ ਪਿਆਇਆ ਗਿਆ ਔਰ ਇਹਨਾਂ ਦੀ ਮਲ੍ਹਮ ਪੱਟੀ ਗਈ। ਭਾਈ ਮਹਾ ਸਿੰਘ ਨੂੰ ਵੀ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਮਹਾ ਸਿੰਘ ਦੱਸੋ ਅੰਤਮ ਇੱਛਾ ਤੁਹਾਡੀ ਕੀ ਹੈਗੀ ਆ, ਤੁਹਾਡੀ ਹਰ ਇੱਛਾ ਪੂਰੀ ਕੀਤੀ ਜਾਊਗੀ। ਤਾਂ ਉਸ ਸਮੇਂ ਭਾਈ ਮਹਾ ਸਿੰਘ ਨੇ ਆਖਿਆ ਸੀ ਗੁਰੂ ਸਾਹਿਬ ਜਿਹੜਾ ਸਾਥੋਂ ਗਲਤੀ ਹੋਈ ਹੈ ਕਿ ਅਸੀਂ ਤੁਹਾਨੂੰ ਵਧਾਵਾ ਲਿਖ ਕੇ ਦਿੱਤਾ ਹੈ, ਪਹਿਲਾਂ ਤਾਂ ਉਹ ਪਾੜ ਦਿਓ ਔਰ ਸਾਨੂੰ ਆਪਣੇ ਚਰਨਾਂ ਵਿੱਚ ਰੱਖੋ ਔਰ ਸਾਡੇ ਕੋਲ ਹੋਈਆਂ ਗਲਤੀਆਂ ਨੂੰ ਬਖਸ਼ੋ। ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਫਿਰ ਆਪਣੇ ਕਮਰ ਕਸੇ ਦੇ ਵਿੱਚੋਂ ਉਹ ਜਿਹੜਾ ਕਾਗਜ਼ ਸੀ ਉਹਨਾਂ ਦਾ ਲਿਖਿਆ ਹੋਇਆ ਵਧਾਵੇ ਵਾਲਾ ਉਹ ਭਾਈ ਮਹਾ ਸਿੰਘ ਦੇ ਸਾਹਮਣੇ ਹੀ ਪਾੜ ਦਿੱਤਾ ਹੈਗਾ। ਉਸ ਤੋਂ ਬਾਅਦ ਭਾਈ ਮਹਾ ਸਿੰਘ ਦੇ ਨਾਲ ਗੱਲਾਂ ਕਰਦੇ ਰਹੇ ਗੁਰੂ ਸਾਹਿਬ। ਬਾਕੀ ਜਿਹੜੇ ਸਿੰਘ ਸੀਗੇ, ਜਿਹੜੇ ਸਹਿਗ ਦੇ 2 ਹੋਰ ਸੀ, ਉਹਨਾਂ ਨਾਲ ਵੀ ਗੱਲਾਂ ਕਰਦੇ ਰਹੇ। ਇਹ ਵਾਰੀ ਕਰਕੇ ਹੌਲੀ ਹੌਲੀ ਆਪਣੇ ਪ੍ਰਾਣ ਤੇ ਆ ਗਏ। ਸਭ ਤੋਂ ਬਾਅਦ ਭਾਈ ਮਹਾ ਸਿੰਘ ਨੇ ਪ੍ਰਾਣ ਤੱਕ ਗਏ ਸੀਗੇ ਰਾਤ ਨੂੰ ਜਾ ਕੇ। ਉਸ ਤੋਂ ਅਗਲੀ ਸਵੇਰ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਔਰ ਭੋਗ ਪਾਇਆ ਔਰ ਆਸੇ ਪਾਸੇ ਪਿੰਡਾਂ ਤੋਂ ਜਿਹੜੀ ਰਸ ਸੀਗੀ ਦੇਗ ਵਾਸਤੇ ਲਿਆਂਦੀ ਗਈ, ਉੱਥੇ ਦੇਗ ਤਿਆਰ ਕੀਤੀ। ਸਿੰਘਾਂ ਦਾ ਅੰਗੀਠਾ ਉੱਥੇ ਤਿਆਰ ਕੀਤਾ ਗਿਆ, ਚਿਣਿਆ ਗਿਆ। ਉਹ ਸਿੰਘਾਂ ਦੇ ਜਿੰਨੇ ਸਰੀਰ ਸੀਗੇ ਸਾਰਿਆਂ ਨੂੰ ਇੱਕ ਅੰਗੀਠੇ ਦੇ ਉੱਪਰ ਰੱਖ ਕੇ ਇਹਨਾਂ ਨੂੰ ਅਗਨ ਦਿਖਾਈ ਗਈ, ਇਹਨਾਂ ਦਾ ਸੰਸਕਾਰ ਕੀਤਾ ਗਿਆ। ਅਗਲੇ 2 ਦਿਨਾਂ ਤੱਕ ਗੁਰੂ ਸਾਹਿਬ ਇੱਥੇ ਹੀ ਰਹੇ ਔਰ ਇੱਥੇ ਰਹਿ ਕੇ ਇਹਨਾਂ ਦੇ ਜਿਹੜੇ ਅੰਤਮ ਰਸਮਾਂ ਸਾਰੀਆਂ ਪੂਰੀਆਂ ਕਰਕੇ ਗੁਰੂ ਸਾਹਿਬ ਜੀ ਨੇ
ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਦਮਦਮਾ ਸਾਹਿਬ ਵਾਲੇ ਪਾਸੇ ਨੂੰ ਫਿਰ ਚਾਲੇ ਪਾਉਂਦੇ ਹਨ। ਔਰ ਮਾਤਾ ਭਾਗ ਕੌਰ ਦੇ ਜਿਹੜੇ ਭਰਾ ਸੀਗੇ, ਇਹਨਾਂ ਦੇ ਪਤੀ ਸੀਗੇ, ਇਹ ਵੀ ਇਸੇ ਜੰਗ ਵਿੱਚ ਸ਼ਹੀਦੀਆਂ ਪਾ ਗਏ ਸੀਗੇ। ਮਾਤਾ ਭਾਗ ਕੌਰ ਨੇ ਵੀ ਫੈਸਲਾ ਕੀਤਾ ਸੀ ਕਿ ਮੈਂ ਹੁਣ ਵਾਪਸ ਨਹੀਂ ਜਾਵਾਂਗੀ, ਬਾਕੀ ਦਾ ਜਿਹੜਾ ਜੀਵਨ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਅਰਪਿਤ ਕਰਾਂਗੀ। ਇਸ ਤਰ੍ਹਾਂ ਕਿ ਮਾਤਾ ਭਾਗ ਕੌਰ ਵੀ ਫਿਰ ਇਹਨਾਂ ਦੇ ਨਾਲ ਗਏ। ਉਸ ਤੋਂ ਅੱਗੇ ਗੁਰੂ ਸਾਹਿਬ ਜੀ ਦੱਖਣ ਨੂੰ ਜਾਂਦੇ ਹਨ, ਉੱਥੇ ਵੀ ਗੁਰੂ ਸਾਹਿਬ ਜੀ ਦੇ ਨਾਲ ਹੀ ਵਿਚਰਦੇ ਰਹੇ। ਉਸ ਤੋਂ ਬਾਅਦ ਜਦੋਂ ਉੱਥੇ ਨੰਦੇੜ ਸਾਹਿਬ ਵਿਖੇ ਗੁਰੂ ਸਾਹਿਬ ਵੀ ਆਪਣਾ ਸਰੀਰ ਛੱਡ ਜਾਂਦੇ ਹਨ, ਉਸ ਤੋਂ ਬਾਅਦ ਮਾਤਾ ਭਾਗ ਕੌਰ ਵੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਔਰ ਬਿਦਰ ਚਲੇ ਗਏ, ਜਿੱਥੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਦੁਆਰਾ ਨਾਨਕ ਚੀਰਾ ਹੈਗਾ। ਇਸ ਤੋਂ ਬਾਅਦ ਫਿਰ ਮਾਤਾ ਜੀ ਜਨਮਾੜਾ ਵਿਖੇ ਚਲੇ ਜਾਂਦੇ ਹਨ, ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਔਰ ਉੱਥੇ ਹੀ ਮਾਤਾ ਭਾਗ ਕੌਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਆਪਣੇ ਅੰਤਮ ਸਮਾਂ ਗੁਜ਼ਾਰਦੇ ਹਨ। ਇੱਥੇ ਹੀ ਫਿਰ ਮਾਤਾ ਦਾ ਇੱਥੇ ਅੰਗੀਠਾ ਹੈਗਾ, ਜਿਸ ਜਗ੍ਹਾ 'ਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ। ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ। ਮਾਤਾ ਭਾਗ ਕੌਰ ਜੀ ਆਪ ਜਿਸ ਅਮਰ ਦੇ ਚਸ਼ਮੇ ਤ੍ਰਿਪਤ ਹੋਏ ਵੇ ਸਨ, ਉਸੇ ਚਸ਼ਮੇ ਤੋਂ ਆਤਮਾ ਦੀ ਤ੍ਰਿਪਤੀ ਦਾ ਦਾਨ ਦੇ ਕੇ ਹੋਰਾਂ ਲੋਕਾਂ ਨੂੰ ਵੀ ਜਵਾਲਦੀ ਰਹੀ ਅਤੇ ਧਾਰਦੀ ਰਹੀ, ਜਿਸ ਤਰ੍ਹਾਂ ਮਾਤਾ ਭਾਗ ਕੌਰ ਜੀ ਆਪ ਤਰੇ। ਔਰ ਇੱਥੇ ਰਹਿੰਦੇ ਹੋਏ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਔਰ ਇੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਰ ਉਹਨਾਂ ਦੇ ਅੰਗੀਠੇ ਦੀ ਥੋੜ੍ਹੀ ਜਿਹੀ ਰਾਖ ਲਿਜਾ ਕੇ, ਜਿੱਥੇ ਕਿ ਭਾਈ ਧਰਮ ਸਿੰਘ ਹੁਣਾਂ ਦਾ ਅੰਗੀਠਾ ਬਣਿਆ ਹੋਇਆ ਸੱਚਖੰਡ ਦੇ ਲਾਗੇ, ਜਿਸ ਦੇ ਆਪ ਦਰਸ਼ਨ ਕਰ ਰਹੇ ਹੋ, ਇੱਥੇ ਉਹਨਾਂ ਦੀ ਰਾਖ ਰੱਖ ਕੇ ਇੱਥੇ ਇਹਨਾਂ ਸਿੰਘਾਂ ਦੇ ਲਾਗੇ ਮਾਤਾ ਭਾਗ ਕੌਰ ਦਾ ਵੀ ਅੰਗੀਠਾ ਬਣਾਇਆ ਗਿਆ। ਸਤਿਗੁਰ ਮੇਰਾ ਸਭ ਸੁਖਾ ਦਾਤਾ, ਸਤਿਗੁਰ ਮੇਰਾ। ਮਾਤਾ ਭਾਗ ਕੌਰ ਜੀ ਦਾ ਸਥਾਨ ਹੈ ਜੀ। ਸਭ ਤੋਂ ਵੱਡੀ ਬੰਦੂਕ ਮਾਤਾ ਭਾਗ ਕੌਰ ਜੀ ਦੀ 50 ਕਿਲੋ ਭਾਰ 12.5 ਫਿਟ ਲੰਬੀ। ਮਾਤਾ ਜੀ ਆਪਣੇ ਮੋਢੇ ਤੇ ਰੱਖ ਕੇ ਚਲਾਉਂਦੇ ਸੀ। ਇਹ ਨਾਲ ਦੇ ਨਿੱਕੇ ਬੰਦੂਕਾਂ 40 ਸਿੰਘਾਂ ਦੇ ਤੋੜੇਦਾਰ ਬੰਦੂਕਾਂ ਜਿਹੜੇ ਮੁਕਤਸਰ ਦੇ ਜੰਗ 'ਚ ਸ਼ਹੀਦ ਹੋ ਗਏ, 40 ਮੁਕਤੀਆਂ ਦੇ ਤੇ ਅੰਦਰ ਕੁਝ ਗੁਰਸਿੱਖ ਸ਼ਸਤਰ ਨੇ। ਤੋਪੇ ਸਵਾ ਮਨ ਭਾਰ ਪੱਕੇ ਦੀ ਤਾਂਬੇ ਦੀ ਗੱਡੇ ਤੇ ਰੱਖ ਕੇ ਚਲਾਉਣ ਵਾਲੀ। ਇਹਨਾਂ ਵਿੱਚ ਕੁਝ ਸ਼ਸਤਰਾਂ ਨਾਲ ਮਾਤਾ ਤੇ 40 ਸਿੰਘਾਂ ਨੇ ਮੁਕਤਸਰ ਦਾ ਜੰਗ ਫਤਿਹ ਕੀਤਾ ਜੀ। ਮੁਗਲਾਂ ਦਾ ਤੁਰਕਾਂ ਦਾ ਨਾਸ਼ ਕੀਤਾ। ਜੰਗ ਤੋਂ ਬਾਅਦ 40 ਸਿੰਘ ਸ਼ਹੀਦ ਹੋ ਗਏ। ਫੱਟੜ ਤੇ ਜ਼ਖਮੀ ਹੋ ਕੇ ਮਾਤਾ ਭਾਗ ਕੌਰ ਜੀ ਬਚੇ ਰਹੇ। ਜੰਗ ਤੋਂ ਬਾਅਦ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹਜੂਰ ਸਾਹਿਬ ਵੱਲ ਆਏ, ਉਹਨਾਂ ਨਾਲ 500 ਸਿੰਘ 500 ਪਠਾਨ, ਬਹਾਦਰ ਸ਼ਾਹ ਬਾਦਸ਼ਾਹ, ਪੰਜ ਪਿਆਰੇ 'ਚ 2 ਪਿਆਰੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਸਾਰੇ ਇਕੱਠੇ ਤੇ ਹਜੂਰ ਸਾਹਿਬ ਆਏ। ਇਹ ਪਾਵਨ ਪਵਿੱਤਰ ਸਥਾਨ ਮਾਤਾ ਜੀ ਦਾ ਤਪਸਥਾਨ ਹੈ ਜੀ। ਇਹਨਾਂ ਸਥਾਨ ਤੇ ਬਹਿ ਕੇ ਮਾਤਾ ਜੀ ਨੇ 6 ਸਾਲ 6 ਮਹੀਨੇ 6 ਘੜੀਆਂ ਤਪੱਸਿਆ ਕੀਤੀ। ਇਹ ਤੋਂ ਦਾ ਇਤਿਹਾਸ ਹੈ ਜੀ। ਮਾਤਾ ਭਾਗ ਕੌਰ ਜੀ ਸਿੱਖ ਇਤਿਹਾਸ ਵਿੱਚ ਆਪਣੀ ਇੱਕ ਵੱਖਰੀ ਇਤਿਹਾਸਕ ਪਛਾਣ ਰੱਖਦੇ ਹਨ। ਉਹਨਾਂ ਦਾ ਜਿਹੜਾ ਜੀਵਨ ਹੈ ਇੱਕ ਸੂਰਮਈ ਯੋਧਿਆਂ ਵਾਲਾ ਜੀਵਨ ਸੀਗਾ। ਲੋੜ ਹੈ ਕਿ ਅੱਜ ਦੀਆਂ ਸਿੱਖ ਬੀਬੀਆਂ ਐਸੀ ਮਹਾਨ ਬੀਬੀ ਦੇ ਜੀਵਨ ਤੋਂ ਸੇਧ ਲੈ ਕੇ ਗੁਰੂ ਘਰਾਂ ਵਿੱਚ ਵਿਸ਼ਵਾਸ ਰੱਖ ਕੇ 10 ਗੁਰੂ ਸਾਹਿਬਾਨ ਦੀ ਦਿੱਤੀ ਹੋਈ ਮਰਿਆਦਾ ਅਤੇ ਉਪਦੇਸ਼ ਨੂੰ ਮੰਨ ਕੇ ਸਿੱਖੀ ਦੇ ਉੱਪਰ ਪਹਿਰਾ ਦੇਣ। ਇਹ ਸੰਗਤ ਜੀ ਮਾਤਾ ਭਾਗ ਕੌਰ ਜੀ ਦਾ ਸੰਖੇਪ ਜਿਹਾ ਇਤਿਹਾਸ ਜੋ ਆਪ ਜੀ ਨਾਲ ਸਾਂਝ ਪਾਈ ਹੋਇਆ। ਇਤਿਹਾਸ ਦੱਸਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਰੂਪ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਦੇਣਾ। ਅਤੇ ਜਿਹੜੀਆਂ ਸੰਗਤਾਂ ਸਾਡੇ ਨਾਲ ਨਵੀਆਂ ਜੁੜੀਆਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਸਾਡੀ ਆਉਣ ਵਾਲੀ ਜਿਹੜੇ ਵੀਡੀਓ ਇਸ ਤਰ੍ਹਾਂ ਇਤਿਹਾਸਕ ਵੀਡੀਓ ਹੁੰਦੀਆਂ ਨੇ ਉਹ ਆਪ ਜੀ ਨੂੰ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦਾ ਰਹੇ। ਇਸ ਕਰਕੇ ਬੈਲ ਆਈਕਨ ਵਾਲਾ ਬਟਨ ਉਹ ਵੀ ਦਬਾ ਲਓ ਜੀ। ਅਗਰ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਦੀ ਜਿਹੜੀ ਸਾਂਝ ਹੈ ਹੋਰ ਸੰਗਤਾਂ ਦੇ ਨਾਲ ਪਾਓ, ਕਿਉਂਕਿ ਜਿਹੜਾ ਇਤਿਹਾਸ ਹੈ ਇਹ ਸਭਨਾਂ ਦਾ ਸਾਂਝਾ ਹੈ, ਗੁਰੂ ਦਾ ਇਤਿਹਾਸ ਹੈ, ਤਾਂ ਕਿ ਹੋਰ ਸੰਗਤਾਂ ਵੀ ਇਤਿਹਾਸ ਤੋਂ ਜਾਣੂ ਹੋ ਸਕਣ। ਇਹਨਾਂ ਬੇਨਤੀਆਂ ਦੇ ਨਾਲ ਹੀ ਬਲਾਉ ਫਤਿਹ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੁਖਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ।